ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਅਸੀਂ ਆਪਣੇ ਹੱਕਾਂ ਲਈ ਖੜਨ ਤੇ ਆ ਗਏ ਤਾਂ 350 ਕਿਲੋਮੀਟਰ ਤਾਂ ਤੁਰਨਾ ਕੁਝ ਵੀ ਨਹੀਂ। ਸੋ ਇਹ ਸੰਗੇ ਜਾਣਾ ਚਾਹੁੰਦੇ ਕਿ ਇਹੀ ਆ ਉਹ ਨਸ਼ੇੜੀ ਜਵਾਨੀ ਜਿਹੜੀ 350 ਕਿਲੋਮੀਟਰ ਤੁਰ ਕੇ ਦਿੱਲੀ ਪਹੁੰਚ ਸਕਦੀ ਆ। ਸੋ ਇਹੀ ਆ ਉਹ ਅੱਤਵਾਦੀ ਜਿਹਨੂੰ ਤੁਸੀਂ ਕਹਿੰਦੇ ਇਹ ਅੱਤਵਾਦੀ ਆ, ਇਹੀ ਆ ਉਹ ਅੱਤਵਾਦੀ ਜਿਹੜੇ ਰਸਤੇ 'ਚ ਤੁਰ ਕੇ ਆ ਰਹੇ ਆ। ਬਹਾਨਾ ਨਾ ਲਾਵੇ ਕਿ ਸਾਨੂੰ ਆਉਣ ਨੂੰ ਆਹ ਹੈ ਨਹੀਂ ਸਾਰਿਆਂ ਦੀ ਆਪਣੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ, ਪਰ ਤੁਹਾਡੇ ਕੋਲ ਜੋ ਵੀ ਚੀਜ਼ ਮਿਲਦੀ, ਕੋਈ ਸਾਧਨ, ਕੋਈ ਪਹਿਲ, ਜਿੱਦਾਂ ਮਰਜ਼ੀ ਇੱਥੇ ਪਹੁੰਚੋ ਤੇ ਪਹੁੰਚ ਕੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਓ। जिंदाबाद 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 वाले नौजवानों ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ। NKN TV ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਇਸ ਵੇਲੇ ਅਸੀਂ ਹਾਂ ਸਿੰਘੂ ਬਾਰਡਰ ਦਿੱਲੀ ਇਸ ਕਿਸਾਨੀ ਅੰਦੋਲਨ ਤੇ। ਇਸ ਅੰਦੋਲਨ ਦੇ ਵਿੱਚ ਬਹੁਤ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ, ਨਵਾਂ ਜਜ਼ਬਾ ਦੇਖਣ ਨੂੰ ਮਿਲ ਰਿਹਾ। ਜਿਹੜੇ ਨੌਜਵਾਨ ਬਜ਼ੁਰਗਾਂ ਦਾ ਕਹਿਣਾ ਨਹੀਂ ਮੰਨਦੇ ਸੀ, ਜਥੇਬੰਦੀਆਂ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਸੀ, ਉਹ ਅੱਜ ਪੰਜਾਬ ਤੋਂ ਕਰੀਬ 350-400 ਕਿਲੋਮੀਟਰ ਪੈਦਲ ਚੱਲ ਕੇ ਦਿੱਲੀ ਕਿਸਾਨ ਮੋਰਚੇ 'ਚ ਪਹੁੰਚ ਕੇ ਇੱਕ ਸੰਦੇਸ਼ ਦੇ ਰਹੇ ਨੇ ਕਿ ਅਸੀਂ ਕਿਸਾਨ ਮੋਰਚੇ ਦੇ ਅੱਗੇ ਹੋ ਕੇ ਚੱਲ ਰਹੇ, ਸਾਡੇ 'ਚ ਹੌਸਲਾ, ਸਾਡੇ 'ਚ ਬੁਲੰਦ ਹੈ। ਤੇ ਮੇਰੇ ਨਾਲ ਨੇ ਇਹ ਨੇ ਤੁਹਾਡੇ ਸਾਹਮਣੇ ਜਿਨ੍ਹਾਂ ਦੇ ਸਰੋਪੇ ਪਾਏ ਗਏ ਨੇ, ਉਹ ਜ਼ਿਲ੍ਹਾ ਜਲੰਧਰ ਦਾ ਪਿੰਡ ਪੁਆਧੜਾ ਫਲੋਰ ਕੋਲ ਹੈ, ਉੱਥੋਂ ਪੈਦਲ ਚੱਲ ਕੇ ਦਿੱਲੀ ਪਹੁੰਚੇ ਨੇ। ਕਰੀਬ 350 ਕਿਲੋਮੀਟਰ ਦਾ ਸਫ਼ਰ। ਇਹੀ ਕਿ ਅਸੀਂ ਆਪਣੀ ਨੌਜਵਾਨੀ ਨੂੰ ਕਹਿਣਾ ਚਾਹੁੰਦੇ ਹਾਂ ਵੀ ਕਿਸੇ ਤਰੀਕੇ ਪਹੁੰਚੋ ਜ਼ਰੂਰ ਵੀ ਹਾਂਜੀ। ਸਾਡੇ ਵੱਲ ਦੇਖ ਕੇ 4 ਵੀ ਜਣੇ ਅਮਲ ਕਰਨਗੇ, ਬਹੁਤ ਵੱਡੀ ਗੱਲ ਆ ਜੀ। ਕੀ ਬਾਤ ਹੈ, ਕੀ ਬਾਤ ਹੈ ਜੀ। 4 ਵੀ ਅਮਲ ਕਰਨਗੇ, ਬਹੁਤ ਵੱਡੀ ਗੱਲ। 4 ਦੇ ਨਾਲ ਹੋਰ 4 ਜੁੜਨਗੇ, ਹੋਰ ਕਾਫਲਾ ਬਣੂਗਾ। ਕੀ ਕਹਿਣਾ ਚਾਹੋ, ਕੀ ਅਸਲ 'ਚ ਸੰਕੇਤ ਕੀ ਦੇਣਾ ਚਾਹੁੰਦੇ ਹੋ ਤੁਸੀਂ ਜਿਹੜਾ ਅੱਜ ਪੈਦਲ ਚੱਲ ਕੇ ਆਏ ਹੋ ਦਿੱਲੀ ਸਿੰਘੂ ਬਾਰਡਰ ਤੇ ਹੋ? ਇਸ ਵੇਲੇ ਤੁਸੀਂ ਜ਼ਿਲ੍ਹਾ ਜਲੰਧਰ, ਤਹਿਸੀਲ ਫਲੋਰ ਦੇ ਪਿੰਡ ਪੁਆਧੜਿਆਂ ਤੋਂ ਚੱਲ ਕੇ ਆਏ ਹੋ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਪੰਜਾਬ ਦੀ ਜਵਾਨੀ ਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਨਸ਼ਿਆਂ 'ਚ ਲੱਗੀ ਹੋਈ ਆ, ਇਹ ਵਿਗੜ ਚੁੱਕੀ ਆ ਨਾ, ਬਾਹਰ ਤੁਰੇ ਫਿਰਦੇ ਆ, ਇਹਨਾਂ ਦਾ ਇੱਥੇ ਕੋਈ ਫਿਊਚਰ ਨਹੀਂ ਹੈਗਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਅਸੀਂ ਆਪਣੇ ਹੱਕਾਂ ਲਈ ਖੜਨ ਤੇ ਆ ਗਏ ਤਾਂ 350 ਕਿਲੋਮੀਟਰ ਤਾਂ ਤੁਰਨਾ ਕੁਝ ਵੀ ਨਹੀਂ। ਸੋ ਇਹ ਸੰਗੇ ਜਾਣਾ ਚਾਹੁੰਦਾ ਕਿ ਇਹੀ ਆ ਉਹ ਨਸ਼ੇੜੀ ਜਵਾਨੀ ਜਿਹੜੀ 350 ਕਿਲੋਮੀਟਰ ਤੁਰ ਕੇ ਦਿੱਲੀ ਪਹੁੰਚ ਸਕਦੀ ਆ। ਸੋ ਇਹੀ ਆ ਉਹ ਅੱਤਵਾਦੀ ਜਿਹਨੂੰ ਤੁਸੀਂ ਕਹਿੰਦੇ ਇਹ ਅੱਤਵਾਦੀ ਆ, ਇਹੀ ਆ ਉਹ ਅੱਤਵਾਦੀ ਜਿਹੜੇ ਰਸਤੇ 'ਚ ਤੁਰ ਕੇ ਆ ਰਹੇ ਆ। ਹਾਂਜੀ, ਇੱਥੇ ਪੰਜਾਬ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਸ਼ਾਬਾਸ਼ ਵੀ ਜਾਂਦੀ ਹੈ ਕਿ ਜੇ ਇਸ ਪੰਜਾਬ ਦੀ ਜਵਾਨੀ ਨੇ ਇਸ ਇੱਕ ਮਾੜੇ ਸੰਕੇਤ ਤੋਂ, ਕਾਲੇ ਕਾਨੂੰਨਾਂ ਤੋਂ ਸਿੱਖ ਕੇ ਇੱਕ ਸ਼ਹੀਦ ਭਗਤ ਸਿੰਘ ਵਾਲਾ ਜਿਹੜਾ ਭਾਰਤ ਸਿਰਜਣ ਦੀ ਕਸਮ ਖਾ ਰਹੇ ਨੇ। ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਪੈਦਲ ਚੱਲ ਕੇ ਆਏ ਹੋ, ਅਸਲ 'ਚ ਤੁਸੀਂ ਨੌਜਵਾਨੀ ਨੂੰ ਕੀ ਸੰਕੇਤ ਦੇਣਾ ਚਾਹੁੰਦੇ ਹੋ? ਨੌਜਵਾਨੀ ਨੂੰ ਜੀ ਇਹ ਸੰਕੇਤ ਆ ਵੀ ਦੇਖੋ, ਘਰਾਂ 'ਚ ਬਹਿ ਕੇ ਤਾਂ ਹੁਣ ਕੋਈ ਫਾਇਦਾ ਨਹੀਂ ਹੈ ਨਾ। ਹੁਣ ਗੱਲ ਆਪਣੀ ਜ਼ਮੀਨ ਤੇ ਜ਼ਮੀਰ ਦੋਨਾਂ ਦੀ ਆ, ਤੇ ਚਾਹੇ ਕੋਈ ਬਹਾਨਾ ਨਾ ਲਾਵੇ ਕਿ ਸਾਨੂੰ ਆਉਣ ਨੂੰ ਆਹ ਹੈ ਨਹੀਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ, ਪਰ ਤੁਹਾਡੇ ਕੋਲ ਜੋ ਵੀ ਚੀਜ਼ ਮਿਲਦੀ, ਕੋਈ ਸਾਧਨ, ਕੋਈ ਪਹਿਲ, ਜਿੱਦਾਂ ਮਰਜ਼ੀ ਇੱਥੇ ਪਹੁੰਚੋ ਤੇ ਪਹੁੰਚ ਕੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਓ, ਤੇ ਤਾਂ ਕਿ ਅਸੀਂ ਆਪਣੇ ਹੱਕਾਂ ਲਈ ਲੜ ਸਕੀਏ ਤੇ ਆਪਣੇ ਹੱਕ ਲੈ ਕੇ ਵਾਪਸ ਜਾਈਏ। ਇੱਦਾਂ ਲੱਗਦਾ ਕਿ ਜਿਹੜਾ 73 ਸਾਲ ਲੰਘੇ ਨੇ ਆਜ਼ਾਦੀ ਤੋਂ ਬਾਅਦ, ਹੁਣ ਤੱਕ ਉਹਨਾਂ ਸ਼ਹੀਦਾਂ ਵਾਲਾ ਸੁਪਨਾ ਪੂਰਾ ਨਹੀਂ ਹੋ ਸਕਿਆ, ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ। ਜੋ ਉਹਨਾਂ ਨੇ ਸੋਚਿਆ ਸੀਗਾ ਉੱਦਾਂ ਦਾ ਭਾਰਤ ਨਹੀਂ ਸਿਰਜ ਸਕਿਆ। ਇੱਦਾਂ ਲੱਗਦਾ ਤੁਹਾਨੂੰ? ਲੱਗਦਾ ਤਾਂ ਜੀ ਇੱਦਾਂ ਹੀ ਆ। ਉਹਨਾਂ ਨੇ ਤਾਂ ਮਤਲਬ ਬਹੁਤ ਕੁਝ ਪਹਿਲਾਂ ਸੋਚਿਆ ਸੀਗਾ ਵੀ ਸਾਡਾ ਭਾਰਤ ਵਧੀਆ ਹੋਊਗਾ, ਤਰੱਕੀ ਕਰੂਗਾ ਦੇਸ਼, ਪਰ ਇੱਦਾਂ ਵਿੱਚ ਜਿਹੜੇ ਆਪਣੇ ਦੇਸ਼ ਵਿੱਚ ਜਿਹੜੀ ਕਰਪਸ਼ਨ ਹੁਣ ਹੋ ਰਹੀ ਆ, ਜਾਂ ਪਹਿਲਾਂ ਸੀਗੀ, ਜਾਂ ਪਹਿਲਾਂ ਜਿਹੜੀ ਚੱਲਦੀ ਆ ਰਹੀ ਆ, ਉਸ ਕਰਪਸ਼ਨ ਕਰਕੇ ਜਿਹੜਾ ਆਪਣਾ ਦੇਸ਼ ਗਾਂਹ ਵਧਣ ਦੀ ਬਜਾਏ ਪਿੱਛੇ ਨੂੰ ਜਾ ਰਿਹਾ ਆ। ਤਾਂ ਇਸ ਕਰਕੇ ਜਿਹੜੀ ਆਪਣੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਉਹ ਹੋ ਨਹੀਂ ਰਹੀ, ਤੇ ਜਿਹੜੇ ਸੋਰਸ ਵੀ ਆ ਉਹ ਉਹਨਾਂ ਨੂੰ ਖਤਮ ਕਰੀ ਜਾ ਰਿਹਾ ਜਿਨ੍ਹਾਂ ਨਾਲ ਡਿਵੈਲਪਮੈਂਟ ਹੋਣੀ ਆ, ਤੇ ਉਹ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦੀ ਬਜਾਏ ਉਹਨੂੰ ਵੇਚਣ ਤੇ ਹੀ ਤੁਲੇ ਆ ਕਿ ਵੇਚ ਦਿਓ, ਜੋ ਜੇਬਾਂ ਭਰਨ ਤੇ ਤੁਰੇ ਆ। ਕੀ ਲੱਗਦਾ ਕਿ ਨੌਜਵਾਨ ਜਦੋਂ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਹਿੱਸਾ ਪਾਇਆ ਸੀਗਾ ਤਾਂ ਉਸ ਵੇਲੇ ਸ਼ਹੀਦ ਭਗਤ ਤੇ ਉਹਨਾਂ ਦੇ ਸਾਥੀ ਉਹ ਵੀ ਨੌਜਵਾਨ ਸੀਗੇ, ਉਹਨਾਂ ਨੇ ਦੇਸ਼ ਨੂੰ ਉਹਨਾਂ ਗੋਰਿਆਂ ਕੋਲੋਂ ਬਚਾ ਲਿਆ। ਤੁਸੀਂ ਨੌਜਵਾਨ ਅੱਗੇ ਅੱਜ ਮੈਦਾਨ ਦੇ ਵਿੱਚ ਆ ਰਹੇ ਹੋ ਆਪਣੇ ਕਾਲਿਆਂ ਤੋਂ ਬਚਾਉਣ, ਲੱਗਦਾ ਹੈ ਕਿ ਹੋਏਗੀ, ਕੋਈ ਸ਼ੱਕ ਨਹੀਂ ਹੈ। ਇਸ ਤੋਂ ਬਾਅਦ ਵੀ ਤੁਸੀਂ ਸਰਗਰਮ ਰਹੋ। ਹਾਂਜੀ ਜ਼ਰੂਰ, ਕਿਉਂਕਿ ਸਾਡਾ ਜੀ ਫਰਜ਼ ਬਣਦਾ ਐਜ਼ ਏ ਯੂਥ ਦੇ ਤੌਰ 'ਤੇ ਵੀ ਸਾਨੂੰ ਸਾਥ ਦੇਣਾ ਚਾਹੀਦਾ ਆ ਸਾਡੇ ਬਜ਼ੁਰਗਾਂ ਦਾ। ਤੇ ਹੁਣ ਆਪਾਂ ਇੱਥੇ ਦੇਖਿਆ ਹੀ ਆ ਕਿੰਨੀ ਵਧੀਆ ਯੂਨਿਟੀ ਬਣੀ ਆ ਆਪਣੀ ਕੌਮ ਦੀ। ਹੋਰ ਵੀ ਸਾਡਾ ਵੀ ਮੇਨ ਇਹੀ ਮੋਟਿਵ ਸੀਗਾ ਵੀ ਅਸੀਂ ਪੈਦਲ ਚੱਲ ਕੇ ਆਈਏ। ਰਾਹ ਦੇ ਵਿੱਚ ਸਾਨੂੰ ਹੁਣ ਕਾਫੀ ਲੋਕ ਮਿਲੇ, ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਮੋਟੀਵੇਟ ਕਰ ਸਕੀਏ ਵੀ ਇਸ ਧਰਨੇ ਦੇ ਨਾਲ ਜੁੜੋ ਵੱਧ ਤੋਂ ਵੱਧ। ਸੋ ਸਾਡਾ ਇਹ ਰੀਜ਼ਨ ਸੀ ਬਸ। ਸਾਡੇ ਜਿਹੜੇ ਯੋਧੇ ਹੋਏ ਆ ਤੇ ਉਹਨਾਂ ਦੀ ਸੋਚ ਨੂੰ ਲੈ ਕੇ ਅਸੀਂ ਤੁਰੇ ਆ
ਤੇ ਯੂਥ ਨੂੰ ਇਹ ਬੇਨਤੀ ਕਰਦੇ ਆ ਵੀ ਤੁਸੀਂ ਵੀ ਵੱਧ ਤੋਂ ਵੱਧ ਇਸ ਅੰਦੋਲਨ ਨਾਲ ਜੁੜੋ ਤੇ ਆਪਣਾ ਯੋਗਦਾਨ ਪਾਓ। ਕਿੰਨੇ ਦਿਨਾਂ ਦੇ ਵਿੱਚ ਇੱਥੇ ਤੁਸੀਂ ਪਹੁੰਚੇ ਹੋ? ਅਸੀਂ 10 ਦਿਨਾਂ ਦੇ ਵਿੱਚ ਪਹੁੰਚੇ ਹਾਂ ਜੀ। ਪੈਦਲ। ਹਾਂਜੀ। ਕਿਆ ਬਾਤ ਹੈ ਜੀ। ਪਿੰਡ ਪਵਾਦੜੇ, ਤਹਿਸੀਲ ਫਲੋਰ, ਜ਼ਿਲ੍ਹਾ ਜਲੰਧਰ ਤੋਂ 10 ਦਿਨ ਦੇ ਵਿੱਚ ਇੱਥੇ ਪਹੁੰਚੇ ਨੇ। ਮੇਰੇ ਨਾਲ ਨੇ ਇਸ ਵੇਲੇ ਸਾਥੀ ਜਸਵਿੰਦਰ ਢੇਸੀ ਜੀ। ਮੈਂ ਚਾਹੁੰਦਾ ਹਾਂ ਕਿ ਜਿਹੜਾ ਚੱਲ ਕੇ ਆਏ ਨੇ, ਪਤਾ ਲੱਗਾ ਕਿ ਉਹਨਾਂ ਦੇ ਪੈਰਾਂ ਤੇ ਛਾਲੇ ਪਏ ਨੇ। ਮੈਂ ਚਾਹਾਂਗਾ ਕਿ ਜਰਾਬ ਉਤਾਰ ਕੇ ਉਹ ਦਿਖਾਣੇ ਚਾਹੁੰਦੇ ਆ। ਅਸਲ ਦੇ ਵਿੱਚ ਇਹ ਜਿਹੜੇ ਛਾਲੇ ਇਹ ਨੌਜਵਾਨੀ ਚੇਤੇ ਰੱਖੇਗੀ ਸਦਾ, ਔਰ ਇਹਨਾਂ ਦੇ ਬੱਚੇ, ਇਹਨਾਂ ਦੀਆਂ ਪੀੜ੍ਹੀਆਂ ਵੀ ਚੇਤੇ ਰੱਖਣਗੀਆਂ ਇਸ ਅੰਦੋਲਨ ਨੂੰ। ਕਿ ਇਸ ਅੰਦੋਲਨ ਦੇ ਵਿੱਚ ਇਹ ਦੇਖਣ ਦੇ ਵਿੱਚ ਆ ਰਿਹਾ ਕਿ ਨੌਜਵਾਨ ਜਿਹੜੇ 350-400 ਕਿਲੋਮੀਟਰ ਪੈਦਲ ਚੱਲ ਕੇ ਦਿੱਲੀ ਪਹੁੰਚੇ ਨੇ ਕਾਫਲੇ ਦੇ ਵਿੱਚ। ਇਹ ਛਾਲੇ ਇੱਕ ਇਤਿਹਾਸ ਸਿਰਜਿਆ ਜਾਏਗਾ। ਇਸ ਛਾਲਿਆਂ ਦੇ ਉੱਤੇ ਇੱਕ ਫਿਲਮਾਂ ਬਣ ਗਈਆਂ। ਇਸ ਛਾਲੇ, ਇਸ ਅੰਦੋਲਨ ਤੇ ਇਤਿਹਾਸ ਲਿਖਿਆ ਜਾਏਗਾ, ਔਰ ਇਹ ਇਤਿਹਾਸ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਵੀ ਇੱਕ ਨਵੀਂ ਸੇਧ ਮਿਲੇਗੀ, ਰੂਹ ਮਿਲੇਗੀ ਕਿ ਅਸੀਂ ਇੱਕ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਉਹਨਾਂ ਦੇ ਗੁਲਾਮ ਬਣ ਕੇ ਨਹੀਂ ਰਹਿਣਾ। ਅਸੀਂ ਸਰਕਾਰਾਂ ਨੂੰ ਇਹ ਜਿਹੜੇ ਨੌਜਵਾਨ ਇੱਥੇ ਮੰਨ ਲਓ ਪਹੁੰਚੇ ਆ, ਇਹ 10 ਦਿਨ ਦਾ ਆਪਣਾ ਸਫ਼ਰ ਤੈਅ ਕਰਕੇ ਦੁਆਬੇ ਦੀ ਧਰਤੀ ਤੋਂ ਪਹੁੰਚੇ ਆ। ਪਹਿਲਾਂ ਤਾਂ ਇਹਨਾਂ ਸਾਥੀਆਂ ਨੂੰ ਅਸੀਂ ਸਲਾਮ ਕਰਨਾ ਚਾਹੁੰਦੇ ਹਾਂ, ਇਹਨਾਂ ਦੇ ਜਜ਼ਬੇ ਨੂੰ। ਨਾਲੇ ਅਸੀਂ ਜਮਹੂਰੀ ਕਿਸਾਨ ਸਭਾ ਵੱਲੋਂ ਵੀ ਇਹਨਾਂ ਨੌਜਵਾਨ ਸਾਥੀਆਂ ਦਾ ਜਿਹੜਾ ਸਵਾਗਤ ਕਰਦੇ ਆ। ਇਹ ਜਿਹੜੇ ਨੌਜਵਾਨ ਇੱਥੇ ਪਹੁੰਚੇ ਆ ਸੰਘਰਸ਼ ਦੇ ਵਿੱਚ, ਇਹ ਪਿੰਡ ਪਵਾਲੜਾ, ਤਹਿਸੀਲ ਫਲੌਰ ਦਾ ਪਿੰਡ ਆ, ਜ਼ਿਲ੍ਹੇ ਜਲੰਧਰ ਦਾ। ਜਦੋਂ ਤੋਂ ਇਹ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਜਿਹੜਾ ਚੱਲਿਆ ਆ, ਪੂਰੇ ਅੱਜ 6 ਮਹੀਨੇ ਹੋ ਗਏ ਸੰਘਰਸ਼ ਚੱਲਦੇ ਨੂੰ। ਇਹ ਪਿੰਡ ਪਵਾਲੜਾ ਜਿਹੜਾ ਪਿਛਲੇ ਜੋ ਵੀ ਪੰਜਾਬ ਦੇ ਵਿੱਚ ਗਤੀਵਿਧੀਆਂ ਇਹ ਸੰਘਰਸ਼ ਨੇ ਕੀਤੀਆਂ, ਉਹ ਟਰੈਕਟਰ ਮਾਰਚ ਹੋਣ, ਉਹ ਸਕੂਟਰ ਮਾਰਚ ਹੋਣ, ਉਹ ਰੈਲੀਆਂ ਹੋਣ, ਉਹ ਰੇਲਵੇ ਸਟੇਸ਼ਨ ਦੇ ਉੱਤੇ ਮੰਨ ਲਓ ਬੈਠ ਕੇ 24 ਘੰਟੇ ਦਾ ਆਪਣਾ ਲਗਾਤਾਰ ਜਿਹੜਾ ਧਰਨਾ ਦੇਣਾ ਹੋਵੇ, ਉਹ ਦੇ ਟੋਲ ਪਲਾਜ਼ੇ ਦੇ ਉੱਤੇ ਦਾ ਇਸ ਪਿੰਡ ਦਾ ਇੰਨਾ ਸਹਿਯੋਗ ਰਿਹਾ। ਰੋਜ਼ ਉਸ ਪਿੰਡ ਦੇ ਵਿੱਚੋਂ ਮੰਨ ਲਓ ਟਰਾਲੀਆਂ ਭਰ ਕੇ ਬੀਬੀਆਂ ਦੀਆਂ, ਕਿਸਾਨਾਂ ਦੀਆਂ, ਨੌਜਵਾਨਾਂ ਦੀਆਂ, ਬੱਚਿਆਂ ਦੀਆਂ 100 ਦੀ ਹਾਜ਼ਰੀ ਲਗਾਤਾਰ ਇਹ ਟੋਲ ਪਲਾਜ਼ੇ, ਰੇਲਵੇ ਸਟੇਸ਼ਨ ਤੇ ਜਿਹੜੇ ਲਵਾ ਰਹੇ ਆ। ਇਹਦੇ ਨਾਲ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਸਾਡੀਆਂ ਸਰਕਾਰਾਂ, ਸਾਡੇ ਹਾਕਮ ਜਿਹੜੇ ਇਹ ਕਹਿ ਰਹੇ ਸੀ ਵੀ ਜਿਹੜੀ ਇਹ ਜਵਾਨੀ ਆ ਇਹ ਕਰਾਹੇ ਪੈ ਗਈ ਆ, ਇਹ ਕੰਮ ਦੀ ਨਹੀਂ ਰਹੀ। ਉਹ ਜਵਾਨੀ ਅੱਜ ਇਹਨਾਂ ਸਰਕਾਰਾਂ ਦੇ ਉੱਤੇ, ਮੂੰਹ ਦੇ ਉੱਤੇ ਚਪੇੜ ਮਾਰ ਰਹੀ ਆ ਵੀ ਜਵਾਨੀ ਨਹੀਂ ਆਖਰ ਕਰਾਹੇ ਪੈ, ਜਿਹੜੇ ਕਰਾਹੇ ਪਈ ਜਿਹੜੀਆਂ ਸਾਡੇ ਸਰਕਾਰਾਂ ਦੇ ਜਿਹੜੇ ਗਲਤ ਫੈਸਲੇ ਆ, ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਆ, ਜਿਹੜਾ ਸਾਰਾ ਵਿੱਦਿਆ, ਰੁਜ਼ਗਾਰ ਤੇ ਸਿਹਤ ਸਹੂਲਤਾਂ ਲੁੱਟ ਕੇ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਆ, ਤੇ ਕਿਰਤੀ ਲੋਕਾਂ ਦਾ ਜਿਹੜਾ ਖੂਨ ਜਿਹੜੀ ਨਿਚੋੜ ਰਹੀ ਆ, ਉਹਦਾ ਜਵਾਬ ਦੇਣ ਲਈ ਇਹ ਜਿਹੜਾ ਮੋਰਚਾ ਚੱਲਦਾ। ਉਸ ਮੋਰਚੇ ਦੇ ਵਿੱਚ ਜਿਹੜੇ ਨੌਜਵਾਨ ਆਏ ਆ, ਜਿੱਥੇ ਅਸੀਂ ਇਹਨਾਂ ਦਾ ਸਵਾਗਤ ਵੀ ਕਰਦੇ ਆ, ਤੇ ਪੰਜਾਬ ਦੀ ਜਵਾਨੀ ਨੂੰ, ਭਾਰਤ ਦੀ ਜਵਾਨੀ ਨੂੰ, ਜਿੱਥੇ ਵੀ ਲੋਕ ਵੱਸਦੇ ਆ, ਉਹ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜਿਹੜਾ ਮੋਰਚਾ ਆ ਇਹ ਕਿਸੇ ਦਾ ਨਹੀਂ, ਸਾਡਾ ਆਪਣਾ ਮੋਰਚਾ ਆ। ਉਹਦੇ ਵਿੱਚ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਕਰਕੇ ਇਸ ਮੋਰਚੇ ਨੂੰ ਜਿਹੜਾ ਉਹ ਆਪਾਂ ਜਿੱਤੇ ਲੈ ਕੇ ਜਾਈਏ, ਤੇ ਜਿੱਤ ਕੇ ਜਿਹੜਾ ਘਰਾਂ ਨੂੰ ਵਾਪਸ ਮੁੜ ਸਕੀਏ। ਵਿੱਚ ਬੈਠੇ ਨੇ, ਇਹਨਾਂ ਤੋਂ ਵੀ ਸਵਾਬ ਇਹ 73 ਸਾਲ ਦੀ ਆਜ਼ਾਦੀ ਦਾ, 73 ਸਾਲ ਦੀਆਂ ਸਰਕਾਰਾਂ ਬਣਾਉਣ ਦਾ, ਪਾਈ ਦਾ ਹਿਸਾਬ ਵੀ ਮੰਗਣਗੇ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਦੇਖਦੇ ਰਹੋ NKN TV। ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਿਦੇਸ਼ਾਂ ਵਿੱਚ, ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ, ਦੁਕਾਨਾਂ ਤੇ ਦਫ਼ਤਰਾਂ ਨੂੰ। ਜੀ ਹਾਂ, 3D ਵਾਲਪੇਪਰ ਦੇ ਨਾਲ ਮਨਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਇੱਥੇ 3D ਵਾਲਪੇਪਰ, ਫਲੈਕਸ ਪ੍ਰਿੰਟਿੰਗ, ਕਲਰ ਪੋਸਟਰ, ਵਿਜ਼ਿਟਿੰਗ ਕਾਰਡ, ਮੈਰਿਜ ਕਾਰਡ, ਇਨਵੀਟੇਸ਼ਨ ਕਾਰਡ, ਬਿੱਲ ਬੁੱਕ, ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਟੂਰਨਾਮੈਂਟ, ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ। ਸੇਵਾ ਦਾ ਮੌਕਾ ਦਿਓ। BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਸੰਪਰਕ ਨੰਬਰ 018 26 266 062 ਅਤੇ 98 550 92 9 34।